ਹਾਲੇਲੂਇਆ। ਸਭ ਕੁਝ ਜੈ ਮਸੀਹ ਕੀ। ਮੈਂ ਪ੍ਰਭੂ ਯਿਸੂ ਮਸੀਹ ਦਾ ਇਸ ਸੁੰਦਰ ਸਮੇਂ ਦੇ ਲਈ ਧੰਨਵਾਦ ਕਰਦਾ ਹਾਂ, ਜੋ ਸੁੰਦਰ ਸਮਾਂ ਖੁਦਾ ਨੇ ਸਾਨੂੰ ਆਪਣਾ ਵਚਨ ਸਿੱਖਣ ਦੇ ਲਈ ਦਿੱਤਾ ਹੈ। ਜਿਸ ਤਰ੍ਹਾਂ ਅਸੀਂ ਪਹਿਲੇ ਭਾਗ ਵਿੱਚ, ਪਿਛਲੇ ਐਪੀਸੋਡ ਦੇ ਵਿੱਚ ਅਸੀਂ ਪਰਮੇਸ਼ਰ ਦੇ ਵਚਨ ਚੋਂ ਸਿੱਖਿਆ ਹੈ ਕਿ ਕਿਸ ਤਰ੍ਹਾਂ ਪਹਿਲੇ ਇਨਸਾਨ ਨੇ ਪਾਪ ਕੀਤਾ ਅਤੇ ਸਰੀਰਕਤਾ ਉਹਦੇ ਵਿੱਚ ਪ੍ਰਗਟ ਹੋਈ। ਅੱਜ ਅਸੀਂ ਦੂਸਰਾ ਭਾਗ ਉਹਦੇ ਵਿਸ਼ੇ 'ਚ ਸਿੱਖਾਂਗੇ। ਪਵਿੱਤਰ ਬਾਈਬਲ ਦੇ ਵਿੱਚ ਅਸੀਂ ਪਰਮੇਸ਼ਰ ਦੇ ਵਚਨ ਵੱਲ ਵਧਾਂਗੇ ਔਰ ਉਸ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਪਹਿਲਾ ਇਨਸਾਨ ਆਦਮ ਔਰ ਉਸ ਦੀ ਪਤਨੀ ਹਵਾ, ਜੋ ਅਦਨ ਵਾਟਿਕਾ ਵਿੱਚੋਂ ਅਣਆਗਿਆਕਾਰੀ ਦੇ ਪਾਪ ਦੇ ਕਾਰਨ ਜਦ ਉਹਨਾਂ ਵਿੱਚ ਸਰੀਰਕਤਾ ਪੈਦਾ ਹੋਈ ਔਰ ਮਹਿਮਾ ਦੇ ਵਸਤਰ ਉਹਨਾਂ ਦੇ ਕੋਲੋਂ ਚਲੇ ਗਏ, ਮਹਿਮਾ ਦੇ ਵਸਤਰ ਉਹਨਾਂ ਦੇ ਉਤਰ ਗਏ। ਜਦੋਂ ਅਦਨ ਵਾਟਿਕਾ ਚੋਂ ਬਾਹਰ ਆਏ ਤਾਂ ਬਾਈਬਲ ਦੱਸਦੀ ਹੈ ਕਿ ਉਹਨਾਂ ਦੀ ਅੰਸ਼ ਵਧੀ। ਪਰਮੇਸ਼ਵਰ ਨੇ ਉਹਨਾਂ ਨੂੰ ਆਸ਼ੀਸ਼ ਦਿੱਤੀ ਔਰ ਪਰਮੇਸ਼ਵਰ ਨੇ ਉਹਨਾਂ ਨੂੰ 2 ਪੁੱਤਰ ਦਿੱਤੇ, ਜਿਨ੍ਹਾਂ ਦਾ ਜ਼ਿਕਰ ਬਾਈਬਲ ਦੇ ਅੰਦਰ ਹੈ। ਇਸ ਪਰਿਵਾਰ ਦੇ ਹੋਰ ਵੀ ਧੀਆਂ ਪੁੱਤਰ ਸਨ। ਜਦ ਅਸੀਂ ਉਤਪਤੀ 5 ਅਧਿਆਏ ਨੂੰ ਪੜ੍ਹਾਂਗੇ ਤਾਂ ਸਾਨੂੰ ਪਤਾ ਲੱਗਦਾ ਹੈ, ਲੇਕਿਨ ਅਸੀਂ 4 ਅਧਿਆਏ ਦੇ ਵਿੱਚ ਜਦੋਂ ਦੇਖਦੇ ਹਾਂ ਤੇ ਪਹਿਲੇ 2 ਪੁੱਤਰਾਂ ਦਾ ਨਾਮ ਜਿਹੜਾ ਹੈ ਪਹਿਲ ਦੇ ਆਧਾਰ ਤੇ ਦਿੱਤਾ ਗਿਆ ਹੈ। ਬਲੱਡ ਲਾਈਨ ਨੂੰ ਜਦ ਅਸੀਂ ਦੇਖਦੇ ਹਾਂ, ਆਦਮ ਔਰ ਹਵਾ ਦੇ ਬਲੱਡ ਦੇ ਵਿੱਚ ਕੀ ਹੈ? ਪਾਪ ਸੀ ਔਰ ਉਹ ਪਾਪ ਬਲੱਡ ਲਾਈਨ ਦੇ ਵਿੱਚੋਂ ਉਹਨਾਂ ਦੀ ਸੰਤਾਨ, ਉਹਨਾਂ ਦੀ ਆਉਣ ਵਾਲੀ ਜਨਰੇਸ਼ਨ, ਉਹਨਾਂ ਦੇ ਬੱਚਿਆਂ ਵਿੱਚ ਵੀ ਉਹ ਪਾਪ ਚਲਾ ਗਿਆ। ਜਿਸ ਤਰ੍ਹਾਂ ਅਸੀਂ ਰੋਮੀਆਂ ਦੀ ਕਿਤਾਬ ਦੇ ਵਿੱਚੋਂ ਪੜ੍ਹਦੇ ਹਾਂ, ਅਸੀਂ ਇੱਕ ਵਚਨ ਨੂੰ ਪੜ੍ਹ ਲਵਾਂਗੇ ਔਰ ਫਿਰ ਅਸੀਂ ਅੱਗੇ ਵਧਾਂਗੇ। ਹਾਲੇਲੂਇਆ। ਰੋਮੀਆਂ 5 ਔਰ ਉਸ ਦੀ 12 ਨੰਬਰ ਐਤ। ਇਸ ਲਈ ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ, ਅਤੇ ਇਸੇ ਤਰ੍ਹਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲ ਗਈ, ਇਸ ਲਈ ਜੋ ਸਭਨਾਂ ਨੇ ਪਾਪ ਕੀਤਾ। ਅਦਨ ਵਾਟਿਕਾ 'ਚੋਂ ਹੋਏ ਪਾਪ ਤੋਂ ਸਾਰੇ ਮਨੁੱਖਾਂ ਵਿੱਚ ਪਾਪ ਫੈਲ ਗਿਆ, ਕਿਉਂਕਿ ਜਨਰੇਸ਼ਨ ਦੇ ਵਿੱਚੋਂ ਪਾਪ ਆ ਗਿਆ, ਬਲੱਡ ਲਾਈਨ ਦੇ ਵਿੱਚ ਉਹ ਪਾਪ ਆ ਗਿਆ ਤੇ ਪਾਪ ਦੇ ਕਾਰਨ ਮੌਤ ਆਈ ਤੇ ਮੌਤ ਸਾਰੀ ਸ੍ਰਿਸ਼ਟੀ ਦੇ ਉੱਤੇ, ਸਾਰੀ ਧਰਤੀ ਦੀ ਪ੍ਰਿਥਵੀ ਦੇ ਉੱਤੇ ਫੈਲ ਗਈ। ਉਸ ਦਾ ਮੁੱਖ ਉਦੇਸ਼ ਕੀ ਹੈ? ਪਹਿਲੇ ਇਨਸਾਨ ਨੇ ਪਾਪ ਕੀਤਾ, ਅਣਆਗਿਆਕਾਰੀ ਕਰਕੇ ਉਸ ਰੁੱਖ ਦਾ ਫਲ ਖਾਇਆ ਜਿੱਥੋਂ ਪਰਮੇਸ਼ਰ ਨੇ ਉਸ ਨੂੰ ਰੋਕਿਆ ਸੀ। ਅੱਜ ਅਸੀਂ ਦੂਸਰੇ ਵਿਅਕਤੀ ਦੇ ਬਾਰੇ ਸਿੱਖਾਂਗੇ ਜਿਸ ਦੇ ਜੀਵਨ ਦੇ ਵਿੱਚ ਪਾਪ ਆਇਆ। ਉਸ ਦਾ ਨਾਮ ਕਾਇਨ ਹੈ ਔਰ ਇਹ ਆਦਮ ਦਾ ਪਹਿਲਾ ਪੁੱਤਰ ਹੈ। ਜਦ ਅਸੀਂ ਕਾਇਨ ਔਰ ਹਾਵਲ ਦੇ ਬਾਰੇ ਪੜ੍ਹਦੇ ਹਾਂ ਤਾਂ ਕਾਇਨ ਜਿਹੜਾ ਆਦਮ ਦਾ ਪਹਿਲਾ ਪੁੱਤਰ ਹੈ ਔਰ ਹਾਵਲ ਜਿਹੜਾ ਹੈ ਉਹ ਆਦਮ ਦਾ ਦੂਸਰਾ ਪੁੱਤਰ ਹੈ। ਔਰ ਪਵਿੱਤਰ ਬਾਈਬਲ ਦੱਸਦੀ ਹੈ ਕਿ ਕਾਇਨ ਜਿਹੜਾ ਹੈ ਉਹ ਈਜੜ ਦਾ ਪਾਲੀ ਹੈ, ਜਿਸ ਤਰ੍ਹਾਂ ਇੱਥੇ ਲਿਖਿਆ ਹੈ ਉਤਪਤੀ 4 ਉਸ ਦੀ 2 ਵਿੱਚ। ਔਰ ਕਾਇਨ ਜਿਹੜਾ ਹੈ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਲਿਖਿਆ ਹੈ ਦੋਨੋਂ ਹੀ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਕਰਦੇ ਨੇ, ਜਿਸ ਤਰ੍ਹਾਂ ਉਹਨਾਂ ਦਾ ਪਿਤਾ ਆਦਮ ਔਰ ਹਵਾ ਯਹੋਵਾ ਦੇ ਉੱਤੇ ਵਿਸ਼ਵਾਸ ਕਰਦੇ ਨੇ ਔਰ ਯਹੋਵਾ ਦੀ ਆਰਾਧਨਾ ਜਿਸ ਤਰ੍ਹਾਂ ਉਹਨਾਂ ਦਿਨਾਂ ਵਿੱਚ ਉਹ ਲੋਕ ਕਰਦੇ ਸਨ, ਠੀਕ ਹੈ, ਉਹ ਕਰਦੇ। ਔਰ ਉਸੇ ਤਰ੍ਹਾਂ ਕਾਇਨ ਔਰ ਹਾਵਲ ਵੀ ਆਪਣੇ ਮਾਤਾ ਪਿਤਾ ਤੋਂ ਯਹੋਵਾ ਦੇ ਪਿੱਛੇ ਚੱਲੇ ਔਰ ਇੱਕ ਦਿਨ ਉਹ ਯਹੋਵਾ ਦੇ ਲਈ ਬਲੀਦਾਨ ਲੈ ਕੇ ਆਏ। ਕਾਇਨ ਜਿਹੜਾ ਹੈ ਉਹ ਆਪਣੇ
ਖੇਤ ਵਿੱਚੋਂ ਕੁਝ ਸਬਜ਼ੀਆਂ ਦਾ ਬਲੀਦਾਨ ਲੈ ਕੇ ਆਇਆ। ਹਾਵਲ ਜਿਹੜਾ ਹੈ ਉਹ ਆਪਣੇ ਈਜੜ ਦੇ ਵਿੱਚੋਂ ਬਲੀਦਾਨ ਲੈ ਕੇ ਆਇਆ। ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਜਦ ਕਾਇਨ ਨੇ ਆਪਣਾ ਬਲੀਦਾਨ ਚੜਾਇਆ ਔਰ ਹਾਵਲ ਨੇ ਵੀ ਆਪਣਾ ਬਲੀਦਾਨ ਚੜਾਇਆ, ਔਰ ਹਾਵਲ ਦੀ ਜਿਹੜੀ ਭੇਂਟ ਸੀ ਉਹ ਯਹੋਵਾ ਨੇ ਸਵੀਕਾਰ ਕੀਤੀ ਔਰ ਕਾਇਨ ਦੀ ਜਿਹੜੀ ਭੇਂਟ ਸੀ ਉਹ ਸਵੀਕਾਰ ਨਹੀਂ ਕੀਤੀ। ਇਸ ਦਾ ਇੱਕ ਮੁੱਖ ਉਦੇਸ਼ਾ ਕੀ ਸੀ ਕਿ ਹਾਵਲ ਹੈ ਜਿਹੜਾ ਉਸਨੇ ਆਪਣੇ ਪਿਤਾ ਦੇ ਕੋਲੋਂ ਇਹ ਸਿੱਖਿਆ ਪਾਈ ਸੀ, ਮੀਨਿੰਗ ਆਦਮ ਤੋਂ ਸਿੱਖਿਆ ਪਾਈ ਸੀ ਕਿ ਯਹੋਵਾ ਦੇ ਸਾਹਮਣੇ ਕਿਸ ਪ੍ਰਕਾਰ ਬਲੀਦਾਨ ਚੜਾਉਣਾ ਹੈ। ਆਦਮ ਪਰਮੇਸ਼ਵਰ ਦੇ ਸਾਹਮਣੇ ਬਲੀਦਾਨ ਜਦ ਚੜਾਉਂਦਾ ਹੈ ਉਹ ਖੇਤ ਦੀਆਂ ਸਬਜ਼ੀਆਂ ਦਾ ਨਹੀਂ, ਪਰ ਈਜੜ ਦੇ ਪਠੋਰਿਆਂ ਦਾ ਮਾਸ ਦਾ ਬਲੀਦਾਨ, ਲਹੂ ਦਾ ਬਲੀਦਾਨ ਪਰਮੇਸ਼ਵਰ ਦੇ ਸਾਹਮਣੇ ਚੜਾਉਂਦਾ ਹੈ। ਕਿਉਂਕਿ ਜਦ ਅਸੀਂ ਆਦਨ ਵਾਟਿਕਾ ਦੇ ਵਿੱਚ ਦੇਖਦੇ ਹਾਂ ਤੇ ਪਰਮੇਸ਼ਵਰ ਨੇ ਇੱਕ ਜਾਨਵਰ ਨੂੰ ਲਿਆ ਔਰ ਉਸ ਦਾ ਬਲੀਦਾਨ ਕੀਤਾ ਔਰ ਆਦਮ ਔਰ ਹਵਾ ਨੂੰ ਅੰਗ ਰੱਖੇ ਬਣਾ ਕੇ ਦੇ ਦਿੱਤੇ। ਸੋ ਆਦਮ ਪਰਮੇਸ਼ਰ ਦੇ ਸਾਹਮਣੇ ਜਦ ਬਲੀਦਾਨ ਕਰਦਾ ਸੀ ਤਾਂ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਬਲੀਦਾਨ ਕਰਦਾ ਸੀ, ਜਿੱਦਾਂ ਪਰਮੇਸ਼ਰ ਤੋਂ ਉਸਨੇ ਸਿੱਖਿਆ ਸੀ। ਔਰ ਹਾਵਲ ਜਿਹੜਾ ਹੈ ਉਹ ਆਪਣੇ ਪਿਤਾ ਤੋਂ ਸਿੱਖ ਕੇ ਬਲੀਦਾਨ ਕਰਦਾ ਹੈ। ਜਦ ਹਾਵਲ ਨੇ ਆਪਣਾ ਬਲੀਦਾਨ ਚੜਾਇਆ ਤਾਂ ਹਾਵਲ ਦਾ ਜਿਹੜਾ ਬਲੀਦਾਨ ਸੀ ਉਹ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਸੀ, ਪਰਮੇਸ਼ਵਰ ਦੀ ਮਰਜ਼ੀ ਦੇ ਮੁਤਾਬਕ ਸੀ। ਇਸ ਲਈ ਹਾਵਲ ਦਾ ਜਿਹੜਾ ਬਲੀਦਾਨ ਹੈ, ਬਾਣੀ 'ਚ ਲਿਖਿਆ ਹੈ 4 ਅਧਿਆਏ ਦੇ ਅੰਦਰ ਕਿ ਹਾਵਲ ਦਾ ਬਲੀਦਾਨ ਸਵੀਕਾਰ ਹੋਇਆ, ਹਾਵਲ ਦੀ ਭੇਂਟ ਸਵੀਕਾਰ ਹੋਈ, ਲੇਕਿਨ ਕਾਇਨ ਦੀ ਜਿਹੜੀ ਭੇਂਟ ਹੈ ਉਹ ਸਵੀਕਾਰ ਨਹੀਂ ਹੋਈ। ਔਰ ਲਿਖਿਆ ਹੈ ਕਿ ਕਾਇਨ ਜਿਹੜਾ ਹੈ, ਫਿਰ ਕਾਇਨ ਨੇ ਆਪਣੇ ਭਰਾ ਹਾਵਲ ਨੂੰ, ਠੀਕ ਹੈ, ਕਿਹਾ ਅਤੇ ਜਦ ਉਹ ਖੇਤ ਵਿੱਚ ਸਨ ਤਾਂ ਇਉਂ ਹੋਇਆ ਕਿ ਕਾਇਨ ਨੇ ਆਪਣੇ ਭਰਾ ਹਾਵਲ ਦੇ ਵਿਰੋਧ ਉੱਠ ਕੇ ਉਸ ਨੂੰ ਮਾਰਿਆ। ਕਾਇਨ ਦੇ ਅੰਦਰ ਸਰੀਰਕਤਾ ਪੈਦਾ ਹੋਈ ਔਰ ਇਹ ਸਰੀਰਕਤਾ ਜਿਹੜੀ ਹੈ, ਲਿਖਿਆ ਹੈ ਬਾਈਬਲ ਦੇ ਅੰਦਰ ਕਿ ਕਾਇਨ ਆਪਣੇ ਭਰਾ ਦੇ ਉੱਤੇ ਕ੍ਰੋਧਵਾਨ ਹੋਇਆ। ਐਤ ਨੰਬਰ 5 ਦੇ ਵਿੱਚ, ਅਧਿਆਏ 4 ਦੀ 5 ਨੰਬਰ ਐਤ ਵਿੱਚ ਲਿਖਿਆ ਹੈ ਕਿ ਕਾਇਨ ਜਿਹੜਾ ਹੈ ਉਹ ਆਪਣੇ ਭਰਾ ਦੇ ਉੱਤੇ ਕ੍ਰੋਧਵਾਨ ਹੋਇਆ। ਉਹਦੇ ਅੰਦਰ ਹਾਵਲ ਦੇ ਪ੍ਰਤੀ ਜੈਲਸ ਆਈ, ਕਿਉਂਕਿ ਹਾਵਲ ਦੀ ਭੇਂਟ ਜਿਹੜੀ ਸੀ ਉਹ ਸਵੀਕਾਰ ਹੋਈ ਸੀ ਤੇ ਕਾਇਨ ਦੀ ਜਿਹੜੀ ਭੇਂਟ ਆ ਉਹ ਸਵੀਕਾਰ ਨਹੀਂ ਹੋਈ ਸੀ। ਕਿਉਂ? ਕਿਉਂਕਿ ਕਾਇਨ ਨੇ ਜਿਹੜੀ ਭੇਂਟ ਸੀ ਉਹ ਆਪਣੀ ਸਰੀਰਕ ਬੁੱਧੀ ਦੇ ਅਨੁਸਾਰ ਪਰਮੇਸ਼ਰ ਦੇ ਅੱਗੇ ਚੜਾਈ ਸੀ। ਹਾਵਲ ਦੀ ਜਿਹੜੀ ਭੇਂਟ ਸੀ ਉਹ ਹਾਵਲ ਨੇ ਪਰਮੇਸ਼ਰ ਦੀ ਇੱਛਾ ਨਾਲ ਭੇਂਟ ਚੜਾਈ ਸੀ, ਨਾ ਕਿ ਆਪਣੀ ਸਰੀਰਕ ਬੁੱਧੀ ਦੇ ਅਨੁਸਾਰ। ਹਾਲੇਲੂਇਆ। ਇੱਥੋਂ ਅਸੀਂ ਇੱਕ ਗੱਲ ਨੂੰ ਸਿੱਖਦੇ ਹਾਂ ਕਿ ਅਸੀਂ ਆਪਣੀ ਬੁੱਧੀ ਨਾਲ ਕਦੇ ਪਰਮੇਸ਼ਵਰ ਨੂੰ ਪ੍ਰਸੰਨ ਨਹੀਂ ਕਰ ਸਕਦੇ। ਅਸੀਂ ਪਰਮੇਸ਼ਵਰ ਨੂੰ ਉਦੋਂ ਪ੍ਰਸੰਨ ਕਰ ਸਕਦੇ ਹਾਂ ਜਦੋਂ ਅਸੀਂ ਪਰਮੇਸ਼ਵਰ ਦੀ ਆਗਿਆ ਦੇ ਅਨੁਸਾਰ ਚੱਲਦੇ ਹਾਂ। ਹਾਲੇਲੂਇਆ। ਔਰ ਪਵਿੱਤਰ ਬਾਈਬਲ 'ਚ ਲਿਖਿਆ ਕਿ ਕਾਇਨ ਨੇ ਕ੍ਰੋਧਵਾਨ ਹੋ ਕੇ ਜੈਲਸ ਦੇ ਨਾਲ ਆਪਣੇ ਭਰਾ ਦਾ ਕੀ ਕਰ ਦਿੱਤਾ? ਕਤਲ ਕਰ ਦਿੱਤਾ। ਔਰ ਇਹ ਧਰਤੀ ਦੇ ਉੱਪਰ ਪਹਿਲਾ ਕਤਲ ਸੀ ਜਿਹੜਾ ਇੱਕ ਸਕੇ ਭਰਾ ਨੇ, ਵੱਡੇ ਭਰਾ ਨੇ ਆਪਣੇ ਛੋਟੇ ਭਰਾ ਨੂੰ ਇਸ ਕਾਰਨ ਮਾਰ ਦਿੱਤਾ ਕਿ ਵੱਡੇ ਭਰਾ ਦੀ ਜਿਹੜੀ ਬਲੀ ਹੈ ਉਹ ਸਵੀਕਾਰ ਨਹੀਂ ਹੋਈ, ਛੋਟੇ ਭਰਾ ਦੀ ਜਿਹੜੀ ਬਲੀ ਸੀ ਉਹ ਸਵੀਕਾਰ ਹੋਈ। ਹਾਲੇਲੂਇਆ। ਔਰ ਪਿਆਰਿਓ, ਇਹ ਹਾਵਲ ਜਿਹੜਾ ਹੈ ਇਹ ਯਿਸੂ ਮਸੀਹ ਦੀ ਇੱਕ ਤਸਵੀਰ ਹੈ ਔਰ ਕਾਇਨ ਜਿਹੜਾ ਹੈ ਇਹ ਯਿਸੂ ਮਸੀਹ ਦੇ ਕਾਇਨ ਜਿਹੜਾ ਹੈ ਇਹ ਪਾਪੀ ਸੰਸਾਰ ਦੀ ਇੱਕ ਤਸਵੀਰ ਹੈ। ਔਰ ਕਾਇਨ ਦਾ ਬਲੀਦਾਨ ਇੱਥੇ ਦਿਖਾਉਂਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਧਰਮੀ ਪਾਪੀਆਂ ਦੇ ਲਈ ਮਾਰ ਦਿੱਤਾ ਜਾਵੇਗਾ ਜਾਂ ਕੁਰਬਾਨ ਹੋਵੇਗਾ। ਹਾਲੇਲੂਇਆ। ਇੱਕ ਬੜਾ ਵਿਸ਼ਾ ਹੈ, ਲੇਕਿਨ ਅੱਜ ਇਸ ਨੂੰ ਅਸੀਂ ਸਾਰੇ ਤੇ ਗੱਲ ਨਹੀਂ ਕਰਾਂਗੇ, ਪਰ ਅਸੀਂ ਹੁਣ ਕਾਇਨ ਦੀ ਸਰੀਰਕਤਾ ਦੇ ਉੱਤੇ ਗੱਲ ਕਰ ਰਹੇ ਹਾਂ। ਪਹਿਲੇ ਆਦਮੀ ਵਿੱਚ ਜਦ ਉਸਨੇ ਅਨਾਗਿਆਕਾਰੀ ਕੀਤੀ ਤੇ ਸਰੀਰਕਤਾ ਆਈ, ਔਰ ਪਹਿਲੇ ਆਦਮੀ ਵਿੱਚ ਜਦ ਸਰੀਰਕਤਾ ਆਈ ਤਾਂ ਉਹਨੇ ਕਿਹੜਾ ਪਾਪ ਕੀਤਾ? ਉਹਨੇ ਦੋਸ਼ ਲਾਇਆ। ਆਦਮ ਨੇ ਆਪਣੀ ਪਤਨੀ ਉੱਤੇ ਦੋਸ਼ ਲਾਇਆ ਔਰ ਹਵਾ ਨੇ ਸੱਪ ਦੇ ਉੱਤੇ ਦੋਸ਼ ਲਗਾਇਆ। ਉੱਥੇ ਜਦੋਂ ਪਹਿਲੀ ਵਾਰ ਪਾਪ ਹੋਇਆ ਤੇ ਉੱਥੇ ਦੋਸ਼ ਨੂੰ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਪਹਿਲੀ ਵਾਰ ਸਰੀਰਕਤਾ ਵਿੱਚ ਪ੍ਰਗਟ ਹੋ ਕੇ ਆਪਣੀ ਮਹਿਮਾ ਦੇ ਵਸਤਰ ਜਦੋਂ ਉਹਨਾਂ ਦੇ ਉਤਰ ਗਏ, ਜਦੋਂ ਸਰੀਰ ਵਿੱਚ ਆਏ, ਸਰੀਰਕਤਾ ਨੇ ਉਹਨਾਂ ਦੇ ਜੀਵਨ 'ਚ ਜਦੋਂ ਕਾਰਿਆ ਕੀਤਾ
ਤਾਂ ਸਰੀਰਕਤਾ ਦੇ ਦੁਆਰਾ ਪਾਪ ਦੀ ਜਿਹੜੀ ਪਹਿਲੀ ਪਹਿਚਾਣ ਅਸੀਂ ਉੱਥੇ ਕਰ ਸਕਦੇ ਹਾਂ, ਉਹ ਹੈ ਕਿ ਉਹਨਾਂ ਨੇ ਇੱਕ ਦੂਸਰੇ ਦੇ ਉੱਤੇ ਦੋਸ਼ ਲਾਉਣ ਦਾ ਪਾਪ ਕੀਤਾ। ਹੁਣ ਜਦੋਂ ਅਸੀਂ ਦੂਸਰੇ ਵਿਅਕਤੀ ਕਾਇਨ ਦੇ ਅੰਦਰ ਸਰੀਰਕਤਾ ਨੂੰ ਦੇਖਦੇ ਹਾਂ ਤੇ ਦੂਸਰੇ ਵਿਅਕਤੀ ਕਾਇਨ ਦੇ ਦੁਆਰਾ ਜਦੋਂ ਸਰੀਰਕਤਾ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰਦੀ ਹੈ ਔਰ ਪਾਪ ਕਾਇਨ ਦੀ ਬਾਡੀ ਵਿੱਚ ਹੋ ਕੇ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰਦਾ ਹੈ, ਤਾਂ ਇੱਥੇ ਅਸੀਂ ਦੇਖਦੇ ਹਾਂ ਕਿ ਕਾਇਨ ਦੇ ਅੰਦਰ ਬਗਾਵਤ, ਕ੍ਰੋਧ ਅਤੇ ਜੈਲਸ ਦੀ ਸ਼ਕਤੀ, ਜੈਲਸ ਦਾ ਪਾਪ ਜਿਹੜਾ ਹੈ ਉਹ ਕੰਮ ਕਰ ਰਿਹਾ ਸੀ। ਉਹਨੇ ਜੈਲਸ ਵਿੱਚ ਆ ਕੇ ਆਪਣੇ ਭਰਾ ਹਾਬਲ ਨੂੰ ਮਾਰ ਦਿੱਤਾ। ਜਦ ਦੂਸਰਾ ਵਿਅਕਤੀ ਕਾਇਨ ਸਰੀਰਕਤਾ ਉਹਦੇ ਅੰਦਰ ਜਦ ਪ੍ਰਗਟ ਹੋਈ ਤੇ ਉਸ ਵੇਲੇ ਉਹਦੇ ਅੰਦਰ ਕਿਹੜੇ ਪਾਪ ਨੇ ਜਨਮ ਲਿਆ? ਕ੍ਰੋਧ ਨੇ, ਜੈਲਸ ਨੇ ਔਰ ਬਗਾਵਤ ਨੇ। ਹਾਲੇਲੂਇਆ। ਔਰ ਬਗਾਵਤ ਦਾ ਜਿਹੜਾ ਪਾਪ ਹੈ, ਪਵਿੱਤਰ ਬਾਈਬਲ ਸਾਮੂਏਲ ਦੀ ਕਿਤਾਬ ਲਾਸਟ ਐਤ ਅਸੀਂ ਪੜਾਂਗੇ ਔਰ ਅਸੀਂ ਅੱਜ ਦੇ ਵਚਨ ਦੀ ਸਮਾਪਤੀ ਵੱਲ ਜਾਵਾਂਗੇ। ਸਾਮੂਏਲ ਦੀ ਕਿਤਾਬ ਪਹਿਲਾ ਸਾਮੂਏਲ 15 ਅਧਿਆਇ ਉਸ ਦੀ 23 ਨੰਬਰ ਐਤ। ਕਿਉਂ ਜੋ ਬਗਾਵਤ ਅਤੇ ਯਾਦੂਗਿਰੀ ਦਾ ਪਾਪ ਇੱਕੋ ਜਿਹਾ ਹੈ। ਜਦ ਅਸੀਂ ਕਿਸੇ ਦੇ ਪ੍ਰਤੀ ਆਪਣੇ ਅੰਦਰ ਜੈਲਸ ਲੈ ਕੇ ਆਉਂਦੇ ਹਾਂ, ਜਦ ਅਸੀਂ ਕਿਸੇ ਦੇ ਪ੍ਰਤੀ ਨਫ਼ਰਤ, ਕ੍ਰੋਧ ਲੈ ਕੇ ਆਉਂਦੇ ਹਾਂ ਔਰ ਸਾਡੇ ਅੰਦਰ क्षमा ਮੰਗਣ ਦੀ ਜਾਂ क्षमा ਕਰਨ ਦੀ ਸਮਤਾ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ, ਤਾਂ ਉਸ ਵੇਲੇ ਪਿਆਰਿਓ ਇਹ ਵਚਨ ਦੱਸਦਾ ਹੈ ਕਿ ਅਸੀਂ ਜਾਦੂਗਰੀ ਦੇ ਸਮਾਨ ਇੱਕ ਪਾਪ ਕਰਦੇ ਹਾਂ। ਹਾਲੇਲੂਇਆ। ਔਰ ਲਿਖਿਆ ਖਚਰਾਓ ਅਤੇ ਬਦੀ ਮੂਰਤੀ ਪੂਜਾ ਇੱਕੋ ਜਿਹੀ ਹੈ। ਹਾਲੇਲੂਇਆ। ਕਹਿੰਦਾ ਕਿਸੇ ਤੇ ਖਚਰਾਓ ਕੀਤਾ, ਕਿਸੇ ਦੇ ਪ੍ਰਤੀ ਵਧੀ ਕੀਤੀ, ਇਹ ਮੂਰਤੀ ਪੂਜਾ ਦੇ ਸਮਾਨ ਹੈ। ਸੋ ਜਿਹਾ ਤੂੰ ਯਹੋਵਾ ਦੇ ਵਚਨ ਨੂੰ ਰੱਦਿਆ ਹੈ, ਤਿਹਾ ਹੀ ਯਹੋਵਾ ਨੇ ਤੈਨੂੰ ਪਾਤਸ਼ਾਹ ਹੋਣ ਤੋਂ ਰੱਦਿਆ ਹੈ। ਜਿੱਦਾਂ ਅਸੀਂ ਯਹੋਵਾ ਦੇ ਵਚਨ ਨੂੰ ਰੱਦਦੇ ਹਾਂ, ਉਦਾਂ ਹੀ ਯਹੋਵਾ ਇਸ ਵਚਨ 'ਚ ਲਿਖਿਆ ਹੈ ਕਿ ਸ਼ਾਉਲ ਨੂੰ ਯਹੋਵਾ ਨੇ ਉਸੇ ਤਰ੍ਹਾਂ ਹੀ ਰੱਦ ਦਿੱਤਾ, ਕਿਉਂਕਿ ਯਹੋਵਾ ਨੇ ਇਹਦੇ ਵਚਨ 'ਚ ਇੱਥੇ ਲਿਖਿਆ ਹੈ ਕਿ ਸ਼ਾਉਲ ਨੇ ਪਾਪ ਕੀਤਾ, ਬਗਾਵਤ ਕੀਤੀ। ਕਿਹਦੇ ਨਾਲ? ਪਰਮੇਸ਼ਵਰ ਦੇ ਨਾਲ, ਕਿਉਂਕਿ ਉਹਨੇ ਪਰਮੇਸ਼ਵਰ ਦੇ ਵਚਨ ਨੂੰ ਤੋੜਿਆ ਔਰ ਉਹਨੇ ਬਗਾਵਤ ਕੀਤੀ। ਔਰ ਲਿਖਿਆ ਉਹਨੇ ਵੈਸੇ ਤਾਂ ਜਾਦੂਗਰੀ ਨਹੀਂ ਕੀਤੀ, ਵੈਸੇ ਤਾਂ ਤੰਤਰ ਮੰਤਰ ਨਹੀਂ ਕੀਤਾ, ਲੇਕਿਨ ਬਗਾਵਤ ਕਰਕੇ ਉਹਨੇ ਜਾਦੂਗਰੀ ਦੇ ਸਮਾਨ ਕੀ ਕੀਤਾ? ਪਾਪ ਕੀਤਾ। ਔਰ ਖਚਰਾਓ ਕਰਕੇ, ਵਧੀ ਕਰਕੇ ਉਹਨੇ ਮੂਰਤੀ ਪੂਜਾ ਦੇ ਸਮਾਨ ਕਾਰਿਆ ਕਰ ਦਿੱਤਾ। ਹਾਲੇਲੂਇਆ। ਸੋ ਮੇਰੇ ਪਿਆਰਿਓ, ਅਸੀਂ ਧਿਆਨ ਦੇਣਾ ਹੈ। ਸਾਡਾ ਵਿਸ਼ਾ, ਅਸੀਂ ਦੂਸਰੇ ਭਾਗ ਦੇ ਵਿੱਚ ਹਾਂ, ਸਰੀਰਕਤਾ ਦੇ ਕਾਰਿਆਂ ਨੂੰ ਸਮਝਣਾ ਹੈ। ਜਦ ਪਹਿਲੇ ਵਿਅਕਤੀ ਆਦਮ ਔਰ ਹਵਾ ਤੇ ਸਰੀਰਕਤਾ ਨੇ ਅਧਿਕਾਰ ਲਿਆ ਤਾਂ ਉਹਨਾਂ ਨੇ ਇੱਕ ਦੂਸਰੇ ਉੱਤੇ ਦੋਸ਼ ਲਾਇਆ। ਜਦੋਂ ਕਾਇਨ ਸਰੀਰਕਤਾ ਦੇ ਵਿੱਚ ਡਿੱਗਿਆ, ਪਰਮੇਸ਼ਵਰ ਦੀ ਇੱਛਾ ਦੇ ਖਿਲਾਫ ਚੱਲ ਕੇ ਉਹਨੇ ਬਲੀ ਚੜਾਈ ਔਰ ਉਹਦਾ ਬਲੀਦਾਨ ਸਵੀਕਾਰ ਨਹੀਂ ਹੋਇਆ। ਉਹ ਸਰੀਰਕਤਾ ਦੇ ਵਿੱਚ ਜਦ ਡਿੱਗਿਆ ਤਾਂ ਉਹਦੇ ਸਰੀਰਕਤਾ ਵਿੱਚ ਡਿੱਗਣ ਤੋਂ ਦੁਬਾਰਾ ਪਾਪ ਨੇ ਆਪਣਾ ਇੱਕ ਹੋਰ ਨਵਾਂ ਰੂਪ ਦਿਖਾਇਆ ਔਰ ਉਹ ਰੂਪ ਸੀਗਾ ਜੈਲਸ, ਕ੍ਰੋਧ ਔਰ ਹੱਤਿਆ ਕਰਨ ਦੇ ਲਈ, ਖੂਨ ਕਰਨ ਦੇ ਲਈ ਉਸ ਪਾਪ ਦੀ ਸ਼ਕਤੀ ਨੇ ਉਸਨੂੰ ਪ੍ਰੇਰ ਦਿੱਤਾ। ਉਹ ਇੰਨਾ ਆਪਣੇ ਭਰਾ ਤੇ ਕ੍ਰੋਧਵਾਨ ਹੋਇਆ, ਉਹਦੇ ਅੰਦਰ ਇੰਨੀ ਜੈਲਸ ਆਈ ਕਿ ਉਸਨੇ ਆਪਣੇ ਭਰਾ ਦਾ ਕਤਲ ਕਰ ਦਿੱਤਾ। ਇਹ ਦੂਸਰਾ ਇਨਸਾਨ ਹੈ ਜੋ ਪਾਪ ਦੇ ਵਿੱਚ ਡਿੱਗਿਆ ਔਰ ਸਰੀਰਕਤਾ ਦੇ ਵਿੱਚ ਆ ਕੇ ਜਦ ਪਾਪ ਇਹਦੇ ਉੱਤੇ ਪ੍ਰਭਾਵਸ਼ਾਲੀ ਹੋਇਆ ਤੇ ਇਸਨੇ ਆਪਣੇ ਭਰਾ ਦਾ ਕੀ ਕਰ ਦਿੱਤਾ? ਕਤਲ ਕਰ ਦਿੱਤਾ। ਸੋ ਪਿਆਰਿਓ, ਸਾਡਾ ਵਿਸ਼ਾ ਲਗਾਤਾਰ ਚੱਲਦਾ ਹੈ। ਅੱਜ ਅਸੀਂ ਦੂਸਰੇ ਭਾਗ ਵਿੱਚ ਹਾਂ। ਸਰੀਰਕਤਾ ਦੇ ਕਾਰਿਆਂ ਨੂੰ ਸਮਝਣਾ ਹੈ ਔਰ ਮੈਂ ਲਾਸਟ ਵਿੱਚ ਕਹਿਣਾ ਚਾਹੁੰਦਾ ਹਾਂ ਕਿ ਸਰੀਰਕਤਾ ਜਿਹੜੀ ਹੈ ਉਹ ਕਦੇ ਸੁਧਰਦੀ ਨਹੀਂ ਆ ਤੇ ਨਾ ਹੀ ਕਦੇ ਮਰਦੀ ਹੈ। ਤੋ ਸਰੀਰਕਤਾ ਨੂੰ ਵਸ ਵਿੱਚ ਲੈ ਕੇ ਆਉਣਾ ਹੈ। ਸੰਤ ਪੌਲੁਸ ਕਹਿੰਦੇ ਨੇ ਕਿ ਮੈਂ ਸਰੀਰ ਨੂੰ ਕੁੱਟਦਾ ਤੇ ਮਾਰਦਾ ਹਾਂ ਔਰ ਉਸ ਨੂੰ ਵਸ ਵਿੱਚ ਲੈ ਕੇ ਆਉਂਦਾ ਹਾਂ। ਇਸੇ ਤਰ੍ਹਾਂ ਅਸੀਂ ਵੀ ਆਪਣੀ ਸਰੀਰਕਤਾ ਨੂੰ ਪ੍ਰਭੂ ਯਿਸੂ ਮਸੀਹ ਦੇ ਆਤਮਾ ਦੇ ਸਾਮਰਥ ਦੁਆਰਾ, ਪ੍ਰਭੂ ਯਿਸੂ ਮਸੀਹ ਦੇ ਲਹੂ ਦੁਆਰਾ ਔਰ ਪਰਮੇਸ਼ਰ ਦੇ ਵਚਨ ਦੇ ਦੁਆਰਾ ਔਰ ਆਪਣੇ ਜੀਵਨ ਦੇ ਵਿੱਚ ਤਿਆਗ ਦੇ ਦੁਆਰਾ ਆਪਣੀ ਸਰੀਰਕਤਾ ਨੂੰ ਵਸ ਵਿੱਚ ਰੱਖ ਸਕਦੇ ਹਾਂ। ਪਰਮੇਸ਼ਰ ਨੇ ਕਾਇਨ ਨੂੰ ਕਿਹਾ, ਜੇ ਤੂੰ ਭਲਾ ਕਰਦਾ ਤਾਂ ਤੇਰਾ ਮੂੰਹ ਉਦਾਸ ਨਾ ਹੁੰਦਾ, ਪਰ ਉਸਨੇ ਭਲਾ ਨਹੀਂ ਕੀਤਾ, ਇਸ ਲਈ ਉਹ ਉਦਾਸ ਹੋਇਆ। ਜਦ ਅਸੀਂ ਵਚਨ ਨੂੰ ਪੂਰਾ ਕਰਾਂਗੇ, ਪਰਮੇਸ਼ਰ ਦੇ ਅਨੁਗ੍ਰਹਿ ਵਿੱਚ ਰਹਾਂਗੇ ਤੇ ਸਰੀਰਕਤਾ ਤੇ ਅਸੀਂ ਫਤਿਹ ਪਾਵਾਂਗੇ ਔਰ ਸਰੀਰਕਤਾ ਸਾਡੇ ਜੀਵਨ ਦੇ ਵਿੱਚ ਕੰਟਰੋਲ ਵਿੱਚ ਰਹੇਗੀ। ਹਾਲੇਲੂਇਆ। ਔਰ ਅਸੀਂ ਪਾਪ ਤੋਂ
ਬਚੇ ਰਹਾਂਗੇ। ਗੋਡ ਬਲੈਸ ਯੂ ਆਲ। ਮੈਂ ਵਿਸ਼ਵਾਸ ਕਰਦਾ ਹਾਂ ਇਸ ਵਚਨ ਦੁਆਰਾ ਪਰਮੇਸ਼ਰ ਨੇ ਤੁਹਾਨੂੰ ਆਸ਼ੀਸ਼ ਦਿੱਤੀ ਆ। ਪਰਮੇਸ਼ਰ ਤੁਹਾਨੂੰ ਸਭ ਨੂੰ ਆਸ਼ੀਸ਼ ਦੇਣ, ਇਹ ਮੇਰੀ ਦਿਲ ਦੀ ਪ੍ਰਾਰਥਨਾ ਹੈ। ਪਰਮੇਸ਼ਰ ਦਾ ਵਚਨ ਤੁਹਾਡੇ ਜੀਵਨ 'ਚ ਕਾਰਿਆ ਕਰੇ। ਸਾਰਿਆਂ ਨੂੰ ਜੈ ਮਸੀਹ ਦੀ। ਗੋਡ ਬਲੈਸ ਯੂ ਆਲ।